ਅੱਜ ਆਪਾਂ ਜੋ ਪਵਿੱਤਰ ਵਚਨ ਦੇ ਵਿੱਚੋਂ ਸਿੱਖਣਾ ਹੈ ਉਸ ਦਾ ਸਰਲੇਖ ਹੈ ਸੇਵਾ ਭਾਵਨਾ। ਹਾਲੇਲੂਇਆ। ਜਦੋਂ ਇਸ ਜਗ੍ਹਾ ਤੇ ਪ੍ਰਾਰਥਨਾ ਹੋ ਰਹੀ ਸੀਗੀ ਕੋਰਸ ਦੇ ਬਾਅਦ ਵਚਨ ਦੇ ਲਈ, ਤੇ ਪਵਿੱਤਰ ਆਤਮਾ ਜੀ ਨੇ ਮੇਰੇ ਉੱਤੇ ਇੱਕ ਗੱਲ ਪ੍ਰਗਟ ਕੀਤੀ ਕਿ 98% ਕੌਂਗਰੀਗੇਸ਼ਨ ਦੁਸ਼ਟ ਦੀ ਜਕੜੀ ਹੋਈ ਆ। ਸੋ ਇਹ ਕੋਈ ਬਹੁਤ ਖੁਸ਼ੀ ਵਾਲੀ ਗੱਲ ਨਹੀਂ ਆ ਕਿ ਪਰਮੇਸ਼ਵਰ ਦਾ ਰੂਹ ਇਹ ਦੱਸੇ ਕਿ 98% ਸੰਗਤ ਜਿਹੜੀ ਮੌਜੂਦ ਆ ਉਹ ਦੁਸ਼ਟ ਦੀ ਜਕੜੀ ਹੋਈ ਆ। ਆਪਾਂ ਦੁਸ਼ਟ ਆਤਮਾ ਕਿਹਨੂੰ ਕਹਿੰਦੇ ਆ? ਆਪਾਂ ਸੋਚਦੇ ਹੱਥਾਂ ਦਾ ਪੁੱਠੇ ਹੋ ਜਾਣਾ, ਅੱਖਾਂ ਦਾ ਤਾਂ ਚੜ ਜਾਣਾ, ਚੀਕਾਂ ਮਾਰਨੀਆਂ, ਚਿਲਾਉਣਾ, ਰੋਲਿੰਗ ਕਰਨੀ, ਲੇਟੇ ਮਾਰਨੇ, ਭੱਜ ਨੱਠ ਕਰਨੀ, ਵੀ ਇਹ ਖਰਿਆ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹੀ ਦੁਸ਼ਟ ਆਤਮਾ ਦਾ ਨਿਸ਼ਾਨ ਆ। ਬਹੁਤ ਸਾਰੇ ਇਹੋ ਜਿਹੇ ਭ੍ਰਿਸ਼ਟ ਆਤਮੇ ਆ ਜਿਨ੍ਹਾਂ ਦੇ ਹੋਣ ਦਾ ਸਾਨੂੰ ਅਹਿਸਾਸ ਤੱਕ ਨਹੀਂ ਹੁੰਦਾ। ਸਾਨੂੰ ਏਦਾਂ ਹੀ ਜਾਪਦਾ ਰਹਿੰਦਾ ਵੀ ਅਸੀਂ ਆਜ਼ਾਦ ਆ, ਅਸੀਂ ਡਿਲੀਵਰਡ ਆ। ਕੋਈ ਕਹਿੰਦੇ ਦੁਸ਼ਟ ਦਾ ਚੱਕਰ ਨਹੀਂ ਜੀ, ਅਸੀਂ ਬਿਲਕੁਲ ਆਜ਼ਾਦ ਆ। ਪਰ ਜੇ ਪਵਿੱਤਰ ਆਤਮਾ ਇਹ ਗੱਲ ਕਹਿ ਰਿਹਾ ਕਿ 98% ਲੋਕ ਦੁਸ਼ਟ ਆਤਮਾ ਦੇ ਜਕੜੇ ਆ, ਤਾਂ ਮਤਲਬ ਵੀ ਸੱਚ ਆ। ਅਸੀਂ ਉਹਨਾਂ ਨੂੰ ਦੁਸ਼ਟ ਆਤਮਾ ਦੇ ਜਕੜੇ ਸਮਝਦੇ ਜਿਨ੍ਹਾਂ ਨੂੰ ਬੁਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਆ, ਜਿਹੜੇ ਕਹਿੰਦੇ ਮੈਂ ਗੱਡੀ ਹੇਠਾਂ ਆ ਜਾਣਾ, ਘਰ ਨੂੰ ਛੱਡ ਕੇ ਭੱਜ ਜਾਂਦੇ, ਕੱਪੜੇ ਪਾੜੀ ਜਾਂਦੇ ਆ, ਮਿੱਟੀ ਸਿਰ 'ਚ ਪਾਈ ਜਾਂਦੇ ਆ। ਜਾਂ ਫਿਰ ਅਸੀਂ ਉਦੋਂ ਦੁਸ਼ਟ ਆਤਮਾ ਦੇ ਹੋਣ ਦਾ ਪ੍ਰਤੀਕ ਮੰਨਦੇ ਆ ਵੀ ਪੇਟੀਆਂ 'ਚੋਂ ਕੱਪੜੇ ਸੜ ਗਏ, ਗਾਇਬ ਹੋ ਗਏ, ਕੁਛ ਇਹੋ ਜਿਹੇ ਕੰਮ ਹੋ ਗਏ ਜਿਹੜੇ ਨੋਰਮਲ ਨਹੀਂ ਆ। ਦੁਸ਼ਟ ਆਤਮੇ ਬਹੁਤ ਚਲਾਕ ਆ। ਉਹਨਾਂ ਨੇ ਤੁਹਾਡੇ ਸਾਹਮਣੇ ਸਿੰਘ ਕੱਢ ਕੇ ਖਲੋ ਕੇ ਨਹੀਂ ਕਹਿਣਾ ਵੀ ਅਸੀਂ ਦੁਸ਼ਟ ਆਤਮੇ ਆ। ਉਹਨਾਂ ਨੇ ਹਰ ਹਾਲਤ ਦੇ ਵਿੱਚ ਤੁਹਾਡੀ ਬੁੱਧ ਦੇ ਉੱਤੇ ਪਰਦਾ ਪਾਉਣਾ ਵੀ ਤੁਹਾਨੂੰ ਪਤਾ ਨਾ ਲੱਗ ਜਾਏ ਵੀ ਕਿਸ ਹਿੱਸੇ ਦੇ ਵਿੱਚ ਦੁਸ਼ਟ ਆਤਮਾ ਕੰਮ ਕਰ ਰਿਹਾ ਹੈ। ਤੁਸੀਂ ਵਚਨ ਸੁਣਦੇ ਆ, ਤੁਹਾਨੂੰ ਵਚਨ ਭੁੱਲ ਜਾਂਦਾ। ਕੌਣ ਲੈ ਗਿਆ? ਕੌਣ ਲੈ ਗਿਆ ਵਚਨ? ਕੋਈ ਤਾਂ ਚੋਰੀ ਕਰਕੇ ਲੈ ਗਿਆ। ਤੁਸੀਂ ਘਰੋਂ ਵੀ ਆਏ ਸੀਗੇ, ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚ ਵੀ ਬੈਠੇ, ਇੱਥੇ ਵੱਡੇ ਵੱਡੇ ਸਪੀਕਰ ਵੀ ਲੱਗੇ, ਪ੍ਰਚਾਰਕ ਵੀ ਬੋਲੇ, ਤੁਸੀਂ ਸੁਣਿਆ ਵੀ, ਤੁਸੀਂ ਜਾਗਦੇ ਵੀ ਸੀ, ਤੁਸੀਂ ਬੋਲੇ ਵੀ ਨਹੀਂ ਆ, ਪਰ ਫਿਰ ਵੀ ਵਚਨ ਵਿਸਰ ਗਿਆ। ਕਿੱਥੇ ਗਿਆ ਉਹ ਵਚਨ? ਕੌਣ ਚੋਰੀ ਕਰਕੇ ਲੈ ਗਿਆ? ਉਹ ਭ੍ਰਿਸ਼ਟ ਆਤਮਾ ਜਿਹੜਾ ਤੁਹਾਡੀ ਜ਼ਿੰਦਗੀ 'ਚ ਕੰਮ ਕਰ ਰਿਹਾ ਹੈ, ਜਿਹੜਾ ਨਹੀਂ ਚਾਹੁੰਦਾ ਕਿ ਤੁਹਾਨੂੰ ਵਚਨ ਚੇਤੇ ਰਹੇ। ਕਿਸੇ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਵਾਲਾ ਭ੍ਰਿਸ਼ਟ ਆਤਮਾ ਤੁਹਾਡੀ ਜ਼ਿੰਦਗੀ ਦੇ ਵਚਨ ਨੂੰ ਚੋਰੀ ਨਹੀਂ ਕਰ ਸਕਦਾ। ਉਹ ਦੁਸ਼ਟ ਆਤਮਾ ਜਿਹੜਾ ਤੁਹਾਡੀ ਹੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ, ਉਹ ਤੁਹਾਡੀ ਜ਼ਿੰਦਗੀ 'ਚੋਂ ਵਚਨ ਨੂੰ ਚੋਰੀ ਕਰਦਾ ਆ। ਤੁਸੀਂ ਬਪਤਿਸਮੇ ਲਏ ਆ, ਪ੍ਰਾਰਥਨਾ ਵੀ ਕਰਦੇ ਆ, ਵਰਤ ਵੀ ਰੱਖਦੇ ਆ, ਫਿਰ ਵੀ ਤੁਸੀਂ ਹੁਕਮਾਂ ਨੂੰ ਨਹੀਂ ਮੰਨਦੇ। ਕਿਉਂ ਇਦਾਂ ਹੋ ਰਿਹਾ ਆ? ਕੋਈ ਦੁਸ਼ਟ ਆਤਮਾ ਤੁਹਾਨੂੰ ਆਗਿਆਕਾਰੀ ਕਰਨ ਤੋਂ ਰੋਕ ਰਿਹਾ ਆ। ਜਿਹੜਾ ਨਹੀਂ ਚਾਹੁੰਦਾ
कि तुसी आग्याकारी करके परमेश्वर तो अपनी बरकत नूं लै लवो। वो तुहानूं छोटियां छोटियां गल्लां दे विच अणआग्याकार बना दिंदा है। वो छोटियां छोटियां चीज़ां नूं तुहानूं नज़रअंदाज करना सिखाउंदा, कहंदा छड्ड परे, तेरा टाइम वेस्ट होऊगा, छड्ड परे तेरे गोडे दुखदे आ, छड्ड परे तेरे तो झुकिया नहीं जाता, छड्ड परे तेरे ठंड बहुत आ, छड्ड परे गर्मी बहुत आ। वो तुहाडे तो छडाउंदा आ छोटियां छोटियां चीज़ां। और सानू लगता है कोई गुनाह नहीं है, ये कोई पाप नहीं है। अणआग्याकारी करना पुण्य भी कोई नहीं है, ते अणआग्याकारी करना धार्मिकता का हिस्सा भी नहीं है। अणआग्याकारी करना परमेश्वर के मन नूं भाउणा नहीं है। जेड़े आग्याकारी नहीं करते वो कभी भी परमेश्वर के मन नूं प्रसन्न नहीं कर सकते। एक धी पुत्र जेड़ा अपने माता पिता के आखे ना लगे ਉਹਦੇ ਕੋਲੋਂ जायदाद नहीं ले सकता। जायदाद उस ही बच्चे नूं मिलदी आ जेड़ा आग्याकार आ। साडा अकाल पुरख सर्व शक्तिमान परमेश्वर, सैनावां दा यहोवा परमेश्वर, तुहाडी ते मेरी रचना करने वाला परमेश्वर, कुल कायनात की रचना करने वाला परमेश्वर साडा पिता आ। और जदों साडे पिता ने सानू दुनिया दे विचों वखरे कर लिया, अपने धीआं पुत्र बना लिया, हुण असीं ओदी मिल्ख दे अधिकारी आ। हुण असीं परमेश्वर जी दी जो भी विरासत आ, जो भी ओदी मिल्ख आ, जो ओदी जायदाद आ, असीं ओदे वारिस आ। वो साडे लई आ, फिर भी भुखे मरदे आ, फिर भी दुखी आ। शिफा साडे परमेश्वर दी विरासत आ। साडा परमेश्वर, साडा पिता शिफा दा मालिक आ, ते ओदे धीआं पुत्र बीमारी दे विच पए आ। पूरी धरती दी रचना एक शब्द दे नाल परमेश्वर ने कर दित्ती, ते ओदे धीआं पुत्र चप्पे चप्पे जमीन दे मोहताज होए फिरदे आ। उन्हां दे कोल रहण नूं घर नहीं आ, सिर ढकण नूं छत नहीं आ। क्यों? क्योंकि अणआग्याकार धीआं पुत्र आ। जेड़े धीआं पुत्र आग्याकारी नहीं करते उन्हां दे लई अखबारां दे विच नोटिस कढ़ा दित्ते जांदे आ भी इहनूं मैं अपनी जायदाद चों बदखल करदा आ। जो भी ये नाल लैण देण करूगा वो खुद जिम्मेवार होऊगा। अज तो ਇਹਦਾ मेरी जायदाद दे उत्ते कोई भी हक नहीं आ। अगर तुसी चाहते हो कि परमेश्वर की कुल जायदाद दे वारिस असी बणीए, अगर तुसी कहने और मानते हैं कि वो साडा पिता आ ते असी ओदे धीआं पुत्र आ, ते फिर आग्याकारी भी करो। बापू बापू कहण दे नाल बापू दी जायदाद नहीं मिलनी, बापू दे आखे लगना पैना है। जे तुसी अपने पिता नूं 1000 वारी पिता कहो, अरे वो पानी दा गिलास मंगे तुसी ना दिओ, कहंदा दफा हो, ऐदों मैनू पिता भी ना कहे। वो कहंदा काहदा मैं तेरा प्यो जे तू मेरे आखे नहीं लगदा। इसलिए जे तुसी मनदे आ कि वो परमेश्वर आ, वो साडा पिता आ, ओदी आग्याकारी करनी शुरू करो। दुष्ट आत्मे दी गुलामी दे विचों निकलो। भ्रिष्ट आत्मिया ने साडे हत्थां नूं फड़िया, साडे दिमाग नूं फड़िया, साडे जिस्म दे उत्ते कब्जा कीता, क्योंकि वो नहीं चाहता कि ये आग्याकारी करन, वो नहीं चाहता कि ये इहो जे काम करन कि परमेश्वर दी जायदाद दे हिस्सेदार होण, परमेश्वर दी मिल्ख दे अधिकारी बनन। तुसी सोचो परमेश्वर ते तुहानू सेवा करन तो नहीं रोक सकते। तुहानू लगदा परमेश्वर जी तुहानू सेवा करन तो रोकणगे, पर तुसी सेवा करदे नहीं ते तुहानू किन्ने रोकिया आ? हुण ऐ तां कह नहीं सकदे भी पवित्र आत्मा ने मैनू सेवा करन तो रोकिया। पवित्र आत्मा कहंदा भी किसी बजुर्ग नूं पानी दा गिलास नहीं फड़ाउणा। कदी कहा किसी ने पवित्र आत्मा नूं? कोई एक जना खड़ा होके दसे भी पवित्र आत्मा ने उन्होंने सेवा करन तो रोकिया? पवित्र आत्मा ने परमेश्वर के हुक्म मनण तो रोकिया? है कोई एक भी मनुख इत्थे हज़ारां दी भीड़ दे विच
पर तुसी आखे नहीं लगदे, तुसी सेवा नहीं करदे, ते फिर कहन तुहानू रोकिया? फिर पवित्र आत्मा सच ही बोलदा कि इत्थे 98% लोग दुष्ट दे जकड़े होए आ। वो परमेश्वर दे आखे नहीं पर दुष्ट दे आखे लगदे आ। अगर तुसी अपने बंधना तो आजाद होना चाहते आ, कान खोल के एक गल सुन लो, अपने हड्डां नूं हिलाउणा सीखो, सेवा करनी सीखो, अपने कन्नां नूं खोल लो ते अपने मन दे कन्नां नूं भी खोल लो। इत्थे बहन दे नाल सिर्फ कुछ नहीं हो जाना। मत भरम करियो कि तुसी इत्थे बैठे बैठ के वचन सुनिया उठ के चले गए ते बस जी चमत्कार हो गया, कुछ नहीं जे होना। हाँ, तुहानू बेवकूफ बनाउण दे लई दुष्ट आत्मा भी तुहाडी जिंदगी दे विच चमत्कार जरूर कर सकदा है, और किते ये ना मान लियो कि वह चमत्कार परमेश्वर दे वल्लों आ, क्योंकि जेड़े चमत्कार परमेश्वर दे वल्लों हुंदे वो सिर्फ उन्हां दी जिंदगी विच हुंदे जेड़े लोग ईमानदार आ, वफादार आ, आग्याकार आ और वचन दे अनुसार चलदे आ। अगर तुसी वचन दे अनुसार नहीं चलदे, अगर तुसी वचन की आग्याकारी नहीं करते, अगर तुसी वफादारी दे नाल नहीं चलते, अगर तुसी परमेश्वर के वचन के अनुसार सेवा भावना नहीं रखते, फिर भी थोड़ी जिंदगी च चमत्कार हो रहे आ, वो परमेश्वर के वल्लों नहीं है, दुष्ट आत्मा के वल्लों आ, क्योंकि वह तुहानू भुलेखे विच रखना चाहता है कि तू सही चाल चल रहा है, देख तेरी जिंदगी च काम हो रहा है। वो तुहानू भरमाउंदा है, देख तू कोई भी हुक्म नहीं मन्निया, तू दसवंध भी नहीं कढ़िया, तां भी देख तेरे काम चल रहे आ। वो नहीं चाहता तुसी हुक्म नू पूरा करो। देख तू प्रार्थना भी नहीं करता, फिर भी तेरे घर च मौजां ही लगियां आ। वो नहीं चाहता तुसी प्रार्थना करो, इसलिए वो तुहाडी बुद्ध नू हर हाल दे विच भ्रिष्ट करन दी कोशिश करदा है। अगर कोई बरकत मिलती है, सोचो मैं इस बरकत दे लई परमेश्वर दे नाल कितना टाइम स्पेंड किया। जदों तुसी सोचोगे जरूर तुहानू पता लगूगा वो बरकत आ कि सराप आ। बहुत सारिया चीज़ां साडी जिंदगी दे विच आ जिहड़ियां सानू देखण नू बरकत लगदियां, पर असल विच वो साडे लई सराप आ। हर वो चीज़ जिहड़ी सुख लैके आवे पर परमेश्वर दे नालों दूर करे, वो कदी बरकत नहीं हो सकती, वो सराप आ। हरेक वो दुख जिहड़ा सानू परमेश्वर दे नाल जोड़े, परमेश्वर दे नेड़े लैके आवे, परमेश्वर दी व्यवस्था नू समझण विच मदद करे, ओह साडे लई बरकत आ। दाऊद राजा की कहंदा, कहंदा जे मैं दुखी ना हुंदा, मैं तेरी व्यवस्था नू ना समझदा। साडे ओ दुख, ओ परेशानियां जिहड़ियां सानू परमेश्वर जी दे नेड़े लैके आउंदियां आ, ओ साडे लई बरकत आ, बरकत। अज छोटी छोटी गल ते परेशान हो जाते हैं। जुकाम हो गया, बुखार हो गया, लत्तां दुख गईयां, सिर दुख गया। किसी मुर्दे ने तुहानू कहा मैनू जुकाम होया? किसी मुर्दे नू जुकाम होया देखिया? किसी मुर्दे नू बुखार होया देखिया? किसी मुर्दे दे गोडे दुखते सुने भी फलाना मरिया कही जांदा सी मेरे गोडे दुखते आ। ये जींदे होण दियां निशानियां आ। मरिया नू फ्रीजर दे विच ला दिंदे आ, उन्हां नू उत्थे भी जुकाम नहीं हुंदा, उत्थे भी कांबा नहीं छड़दा, ते तुसीं कहंदे ठंड बहुत आ, रब दे घर नहीं जाना। और तुसीं जींदे आ तां तुहानू ठंड लगदी आ। मरिया नू सिवियां च रख के लूह सट्टदे आ, ते उत्थे भी उन्हां नू पसीना नहीं आउंदा, उत्थे भी रौला नहीं पाउंदे, हाय सेक बहुत है क्योंकि वो मर चुके आ। ते तुसीं कहंदे गर्मी बहुत, असीं चर्च नू नहीं आउणा। की तुसीं मरना चाहुंदे आ भी तुहानू ठंड लगनी बंद हो जावे, तुहानू गर्मी लगनी बंद हो जावे? मंगो रब तो कि प्रभु सानू फील होवे कि सर्दी और सर्दी च खलो के तेरी उपासना करिए। जींदे रहांगे तां ही तो पता लगूगा ना मौसम बदल रहे आ। नहीं फील करना तो फिर मंग लो, तुहानू दस दिता किन्हां नू नहीं ठंड लगदी ते किन्हां नू नहीं गर्मी लगदी। वचन दे विच की लिखिया
ਯਸਾਯਾ ਦੀ ਕਿਤਾਬ ਬੁੱਕ ਆਫ ਇਜ਼ਾਇਆ ਚੈਪਟਰ ਨੰਬਰ 1 1 ਨੰਬਰ ਅਧਿਆਇ ਉਹਦੀ 15 ਤੋਂ 17 ਨੰਬਰ ਪੰਕਤੀ ਤੱਕ। ਜਦ ਤੁਸੀਂ ਆਪਣੇ ਹੱਥ ਅੱਡੋਗੇ, ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਂਗਾ। ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ। ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ। ਬੁਰਾਈ ਨੂੰ ਛੱਡੋ, ਨੇਕੀ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ, ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ। ਹੁਣ ਵਚਨ ਇੱਥੇ ਕੀ ਦੱਸਦਾ? ਕਹਿੰਦਾ ਜਦੋਂ ਤੁਸੀਂ ਹੱਥ ਅੱਡੋਗੇ ਮੈਂ ਤੁਹਾਤੋਂ ਆਪਣੀਆਂ ਅੱਖਾਂ ਮੀਚ ਲਵਾਂਗਾ। ਜਿੱਦਾਂ ਮੈਂ ਦੇਖਿਆ ਹੀ ਨਹੀਂ ਵੀ ਤੁਸੀਂ ਹੱਥ ਚੱਕ ਕੇ ਪ੍ਰਾਰਥਨਾ ਕਰਦੇ ਹੋ। ਕਹਿੰਦਾ ਮੈਂ ਇਦਾਂ ਰਿਐਕਟ ਕਰੂੰਗਾ ਤੁਹਾਨੂੰ। ਕਿਉਂ ਇਦਾਂ ਕਰੂੰਗਾ? ਕਹਿੰਦਾ ਭਾਵੇਂ ਤੁਸੀਂ ਕਿੰਨੀ ਵੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਂਗਾ। ਜਿੰਨੀ ਮਰਜ਼ੀ ਪ੍ਰਾਰਥਨਾ ਕਰੋ। ਹੁਣ ਇੱਥੇ ਇੱਕ ਗੱਲ ਤਾਂ ਡਿਕਲੇਅਰਡ ਆ, ਐਨ ਡੰਕੇ ਦੀ ਚੋਟ ਦੇ ਉੱਤੇ ਵਚਨ ਕਹਿੰਦਾ ਬਈ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਲੋ ਮੈਂ ਨਹੀਂ ਸੁਣਾਂਗਾ। ਕਿਉਂ ਨਹੀਂ ਸੁਣਾਂਗਾ? ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਆ। ਪ੍ਰਾਰਥਨਾ ਕਿਹਨਾਂ ਦੀ ਸੁਣੀ ਜਾਂਦੀ ਆ? ਜਿਨ੍ਹਾਂ ਦੇ ਹੱਥ ਪਾਕ ਸਾਫ਼ ਆ, ਜਿਨ੍ਹਾਂ ਦੇ ਹੱਥ ਪਵਿੱਤਰ ਆ। ਹੱਥ ਧੋ ਕੇ ਪ੍ਰਾਰਥਨਾ ਦੇ ਵਿੱਚ ਬੈਠ ਜਾਣ ਦੇ ਨਾਲ ਪ੍ਰਾਰਥਨਾਵਾਂ ਕਬੂਲ ਨਹੀਂ ਹੋ ਜਾਂਦੀਆਂ, ਕਿਉਂਕਿ ਜੋ ਸਾਡੇ ਹੱਥਾਂ ਦੇ ਉੱਤੇ ਲੱਗਾ ਪਰਮੇਸ਼ਵਰ ਨੂੰ ਨਜ਼ਰ ਆਉਂਦਾ ਉਹ ਸਾਬਣ ਦੇ ਨਾਲ ਨਹੀਂ ਧੋਤਾ ਜਾਂਦਾ। ਕਹਿੰਦਾ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਆ। ਕਿਹੜਾ ਲਹੂ ਲੱਗਾ ਸਾਡੇ ਹੱਥਾਂ ਨੂੰ? ਏਦਾਂ ਤੇ ਹੋ ਨਹੀਂ ਸਕਦਾ ਵੀ ਲਹੂ ਨਾਲ ਲਿਬੜੇ ਹੱਥ ਚੱਕ ਕੇ ਪ੍ਰਾਰਥਨਾ ਕਰਨ ਲੱਗ ਗਏ ਅਸੀਂ। ਕਿਸੇ ਦੀਆਂ ਭਾਵਨਾਵਾਂ ਦਾ ਕਤਲ ਕੀਤਾ, ਉਹ ਲਹੂ ਲੱਗਾ ਸਾਡੇ ਹੱਥਾਂ ਨੂੰ। ਕਿਸੇ ਦੇ ਇਮੋਸ਼ਨਸ ਨੂੰ ਅਸੀਂ ਠੋਕਰ ਦਵਾਈ, ਕਿਸੇ ਨਾਲ ਅਸੀਂ ਧੱਕਾ ਕੀਤਾ, ਕਿਸੇ ਦੇ ਨਾਲ ਜ਼ਬਰ ਜਨਾਹ ਕੀਤਾ, ਵਿਧਵਾ ਦਾ ਨਿਆਂ ਵਿਗਾੜਿਆ, ਯਤੀਮਾਂ ਦੀ ਮਦਦ ਨਹੀਂ ਕੀਤੀ, ਉਹਨਾਂ ਦੇ ਹਿੱਸੇ ਦਾ ਵੀ ਖੋ ਕੇ ਖਾ ਲਿਆ। ਉਹ ਗੰਦਾ ਲਹੂ ਲੱਗਾ ਸਾਡੇ ਹੱਥਾਂ ਨੂੰ। ਔਰ ਕਹਿੰਦਾ ਜਦੋਂ ਤੁਸੀਂ ਹੱਥ ਚੱਕ ਕੇ ਦੁਆਵਾਂ ਕਰੋਗੇ ਨਾ ਮੈਂ ਨਹੀਂ ਅੱਖਾਂ ਖੋਲਾਂਗਾ ਤੁਹਾਡੇ ਹੱਥਾਂ ਦੇ ਉੱਤੇ, ਮੈਂ ਮੀਚ ਲਵਾਂਗਾ। ਕਹਿੰਦਾ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਲਿਓ ਮੈਂ ਨਹੀਂ ਸੁਣਾਂਗਾ। ਭਾਵ ਅਗਰ ਸਾਡੇ ਕੰਮ ਚੰਗੇ ਨਹੀਂ ਆ, ਅਗਰ ਸਾਡੇ ਅਸੂਲ ਚੰਗੇ ਨਹੀਂ ਆ, ਤੁਸੀਂ 2 ਘੰਟੇ ਦੀ ਥਾਂ 20 ਘੰਟੇ ਵੀ ਬਹਿ ਜਾਓ, ਤੁਹਾਡੀ ਇੱਕ ਵੀ ਪ੍ਰਾਰਥਨਾ ਨਹੀਂ ਜੇ ਸੁਣੀ ਜਾਣੀ, ਤੁਹਾਡਾ 1 ਮਿੰਟ ਵੀ ਲੇਖੇ ਨਹੀਂ ਲੱਗਣਾ। ਇਸ ਲਈ ਡੋਂਟ ਵੇਸਟ ਯੋਰ ਟਾਈਮ। ਆਪਣਾ ਸਮਾਂ ਬਰਬਾਦ ਨਾ ਕਰੋ। ਵਚਨ 'ਚ ਲਿਖਿਆ ਸਮਾਂ ਬਹੁਤ ਭਿਆਨਕ ਆ ਰਿਹਾ, ਸਮੇਂ ਨੂੰ ਆਪਣੇ ਲਈ ਕੀਮਤੀ ਬਣਾ ਲਓ। ਪ੍ਰਾਰਥਨਾ ਕਰਨਾ ਸਮੇਂ ਦੀ ਬਰਬਾਦੀ ਨਹੀਂ ਆ, ਪਰ ਅਸੂਲ ਗਲਤ ਰੱਖ ਕੇ ਪ੍ਰਾਰਥਨਾ ਕਰਨਾ ਸਮੇਂ ਦੀ ਬਰਬਾਦੀ ਆ, ਕਿਉਂਕਿ ਉਹ ਪ੍ਰਾਰਥਨਾ ਕਬੂਲ ਹੋਣ ਵਾਲੀ ਨਹੀਂ ਆ। ਕਿਉਂ ਕਿਹਾ ਜਾਂਦਾ ਕਿ ਅਸੂਲ ਹੀ ਅਸਲ ਭਗਤੀ ਆ? ਜੇ ਸਾਡੇ ਅਸੂਲ ਸਹੀ ਆ, ਜੇ ਸਾਡਾ ਅੰਤਰ ਆਤਮਾ ਸਹੀ ਆ, ਸਾਡੇ ਕੰਮ ਸਹੀ ਆ, ਉਹ ਸਾਡੀ ਭਗਤੀ ਆ ਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਸਾਰ ਚੱਲ ਰਹੇ ਹਾਂ। ਪਰ ਜੇ ਅਸੀਂ ਉਹਦੇ ਹੁਕਮ ਨਹੀਂ ਮੰਨਦੇ, ਫੇਰ ਭਗਤੀ ਕਰਨੀ ਜਿਹੜੀ, ਜਿਸ ਭਗਤੀ ਨੂੰ ਅਸੀਂ ਭਗਤੀ ਕਹਿੰਦੇ ਵੀ ਭੁੱਖੇ ਰਹਿ ਲਿਆ, ਵਰਤ ਰੱਖ ਲਏ, 6 ਘੰਟੇ ਪ੍ਰਾਰਥਨਾ 'ਚ ਬਹਿ ਗਏ ਤੇ ਸ਼ਾਮਾਂ ਨੂੰ ਫੇਰ ਤੂੰ ਮੈਂ ਹੋ ਗਈ, ਤੇ ਉਹ ਕੋਈ ਭਗਤੀ ਨਹੀਂ ਆ। ਇਸ ਲਈ ਕਹਿੰਦਾ ਨਹਾਓ, ਆਪਣੇ ਆਪ ਨੂੰ ਪਾਕ ਕਰੋ। ਜਿਸ ਵੇਲੇ ਇਹ ਵਚਨ ਹੋ ਰਿਹਾ, ਹੋ ਸਕਦਾ ਉਸ ਵੇਲੇ ਇੱਥੇ ਬਪਤਿਸਮੇ ਦਾ ਜ਼ਿਕਰ ਨਾ ਕੀਤਾ ਜਾ ਰਿਹਾ ਹੋਵੇ, ਪਰ ਫਿਰ ਵੀ ਇੱਥੇ ਲਿਖਿਆ ਨਹਾਓ, ਆਪਣੇ ਆਪ ਨੂੰ ਪਾਕ ਕਰੋ। ਕਿੱਦਾਂ ਨਹਾਉਣਾ ਆ? ਆਪਣੇ ਆਤਮਾ ਦੇ ਉੱਤੇ ਲੱਗੇ ਹੋਏ ਦਾਗਾਂ ਨੂੰ ਆਪਣੇ ਚੰਗੇ ਕੰਮਾਂ ਦੇ ਨਾਲ ਧੋ ਦਿਓ। ਆਪਣੀਆਂ ਬੁਰਾਈਆਂ ਨੂੰ ਦੂਰ ਕਰੋ। ਨੇਕੀ ਦੇ ਕੰਮ ਜਦੋਂ ਆਪਾਂ ਕਰਦੇ ਆ, ਚੰਗੇ ਕੰਮ ਆਪਾਂ ਜਦੋਂ ਕਰਦੇ ਆ, ਆਪਾਂ ਆਪਣੇ ਆਤਮਾ ਦਾ ਇਸ਼ਨਾਨ ਕਰਾਉਂਦੇ ਆ।
सो कहंदा नहाओ, पर हुण न्यू टैस्टामेंट दे विच जाके नहाओ जिहड़ा आ वो बपतिस्मा आ। क्यों? क्योंकि जदों असीं बपतिस्मा लैने उदों असीं यह प्रण करते हैं कि असीं पुरानी इंसानियत विच मर रहे हैं, भाव असीं अपने गंदे सुभाਅ दे विच मर रहे हैं, गलत आदतां नूं असीं खत्म कर रहे। हुण असीं एक नवां जीवन जीना शुरू करना है जिहदे विच कोई गुनाह नहीं करना, किसी दा भी असीं जिहड़ा आ वो हक नहीं मारना, पर असीं वचन दे अनुसार चलना है। और कहंदा अपने आप नूं पाक करो, पवित्र करो, अपने बुरे कम्मां नूं मेरियां अखां अगों दूर करो। वो काम जिहड़े परमेश्वर नूं पसंद नहीं आउंदे वो परमेश्वर दीयां अखां अगों दूर कर लो। तुसीं चर्च विच आण के जी कर सकदे आ, पर तुसीं की सोचदे कि प्रभु जी सिर्फ तुहानूं चर्च विच ही देख रहे आ, जदों तुसीं घर चले जांदे आ ते ओह तुहानूं देखदे नहीं। ओहदी अख हर वेले तुहाडे उत्ते लगी हुई है। तुसीं भावें अपने घर दे स्टोर रूम दे विच होवो, कोठड़ी दे विच होवो, उत्थे भी वो तुहानूं ऐन उदां ही देखदा जिद्दां तुसीं विहड़े च खलोते ओहनूं दीने आ। सो तुसीं भावें लुक के चुगलियां कर लो, भावें सामने कर लो, ओहनूं सुणदियां ही आ। तुसीं भावें किसी दी भानी मारदे आ, किसी दे धी पुत्त दा रिश्ता खराब करदे आ, किसी दी जॉब च रुकावट बनदे आ, जां किसी दी तरक्की दे विच रुकावट बनदे आ, तुहानूं लगदा ओहनूं नहीं पता, पर पता लाउण वाला उत्ते बैठा। फिर पता उदों लगदा जदों तुहाडे सारे कम्मां 'च ही रुकावट पै जांदी आ, ते फिर तुसीं चीकां मारदे आ भी असीं तां वर्त रख के प्रार्थना कीती, पास्टर जी इन्ने महीने हो गए सानूं वर्त प्रार्थना करदे आ, साडी सुणी क्यों नहीं जांदी? अज ध्यान नाल सुण लिओ भी ऐस करके नहीं जे सुणी जांदी। तुसीं तां पासबानां दी भी मत्त मार के रख दित्ती आ। कदी कदी सानूं भी समझ नहीं आउंदी भी चक्कर की आ, पर मेरे ख्याल अज सारियां दे चढ़े चक्कर लथ जाणगे यीशु नाम दे विच। अज सारियां नूं समझ आऊगी भी चक्कर की आ, क्योंकि जदों वचन बोलदा फिर ओह चंगी तरह बोलदा। और प्रकाश की पोथी दे विच लिखिया जिन्हां दे कान आ ओह सुणन भी आत्मा कलीसिया नूं की आखदा। हालेलुया। सो नैक्सट वर्स असीं देखदे आ मरकुस की किताब बुक ऑफ मार्क चैप्टर नंबर 10 10 अध्याय मरकुस दा ओहदी 44 ते 45 नंबर आयत 44 एंड 45 दे विच इदां लिखिया, जे कोई सरदार बनना चाहे वह सब दा नौकर होवे, क्योंकि मनुख दा पुत्र भी अपनी टहल करवाउण नहीं सगों टहल करन अते बहुतियां दे लई निस्तारे दा मुल भरन नूं अपनी जान देण आया। अज चीफ बहुत बनना चाहते आ, लीडर्स बहुत बनना चाहते आ, बॉस बनन दी बहुतियां दी तमन्ना आ, सेवा नहीं करने चाहते, सेवा की भावना नहीं हैगी मन दे विच, नौकर कोई नहीं बनना चाहता। इदां सारियां दा जी करदा भी सारे लोग साडे अगे पिछे बुत्तियां नत्तियां करदे फिरन, चमचागिरी करते फिरन, पर असी किसी दे मोहरे ना चुकीए। जिसम की धौण दे नाल नाल मन की धौण दे विच भी किला गड्ढ के ठोकिया, वह भी नहीं झुकदा, क्योंकि जिसमानी धौण भी उन्हां दी झुकदी जिन्हां दे मन झुके हुए आ। किन्ने जने यीशु मसीह दे चेले आ, हौली हौली सोचते आ परख रहे भी है कि नहीं, परखना भी चाहिए। अद्धियों भी थोड़े ही हथ खड़े आ करके नजर आंदा ना भी हाले बने नहीं। प्राउड ऑफ यू, माण आ भी तुसीं सच बोलदे, तुहानूं एहसास हो रहा कि तुसीं यीशु दे चेले नहीं आ, पर कल्ला एहसास यही ना करो नहीं आ, ये एहसास करो भी बनना आ। किन्ने जने जानते भी असीं यीशु मसीह दीयां सिक्ख्यावां नूं सुणदे आ। शुक्र है इदां सारिआं नूं पता है, थैंक यू। प्रभु यीशु मसीह जी ने चेलियां दे पैर धोते, किन्निआं नूं पता है? सारिआं नूं। प्रभु यीशु मसीह ने की किया?
ਕਹਿੰਦਾ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਵਾਉਣ ਨਹੀਂ ਸਗੋਂ ਟਹਿਲ ਕਰਨ ਆਇਆ ਅਤੇ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ। ਜੇ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਚੇਲੇ ਆ, ਜੇ ਵਾਕਈ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਸੁਣਦੇ ਆ, ਤੇ ਮੇਰੇ ਖਿਆਲ ਉਹਨਾਂ ਦੀਆਂ ਸਿੱਖਿਆ ਕੋਈ ਫਿਲਮੀ ਸੰਗੀਤ ਨਹੀਂ ਆ ਵੀ ਅਸੀਂ ਇੰਟਰਟੇਨਮੈਂਟ ਕਰਕੇ ਚਲੇ ਜਾਈਏ, ਮਨੋਰੰਜਨ ਕਰਕੇ ਚਲੀ ਜਾਈਏ। ਇਹ ਸਿੱਖਿਆਵਾਂ ਸਾਨੂੰ ਸਿਖਾਉਣ ਦੇ ਲਈ ਦਿੱਤੀਆਂ ਗਈਆਂ ਆ। ਅਗਰ ਪ੍ਰਭੂ ਯਿਸੂ ਮਸੀਹ ਸੇਵਾ ਕਰਨ ਦੇ ਲਈ ਆਏ ਤੇ ਸਾਡੇ ਹੱਡਾਂ ਵਿੱਚ ਪਾਣੀ ਕਿਉਂ ਪਿਆ ਆ? ਸਾਨੂੰ ਸੇਵਾ ਕਰਨ ਵਿੱਚ ਦਿੱਕਤ ਕੀ ਆ? ਕੀ ਤੁਹਾਨੂੰ ਚੇਤਾ ਭੁੱਲ ਗਿਆ ਬਈ ਕਿਹੜੇ ਹਾਲਾਤਾਂ ਵਿੱਚੋਂ ਨਿਕਲ ਕੇ ਆਪਾਂ ਸਾਰੇ ਆਏ ਆ? ਚੇਤਾ ਭੁੱਲ ਗਿਆ ਉਹਨਾਂ ਸਮਿਆਂ ਦਾ ਵੀ ਆਪਾਂ ਜੁੱਤੀਆਂ ਵੀ ਝਾੜਦੇ ਸੀਗੇ ਸੰਗਤਾਂ ਦੀਆਂ, ਤਾਂ ਵੀ ਆਪਣੇ ਪੱਲੇ ਕੁਛ ਨਹੀਂ ਪੈਂਦਾ ਸੀ। ਚੇਤਾ ਭੁੱਲ ਗਿਆ ਆਪਾਂ ਦਿਨ ਮਿੱਥੇ ਸੀ ਵੀ ਫਲਾਣੇ ਥਾਂ ਜਾ ਕੇ ਅਸੀਂ ਇੰਨੇ ਘੰਟੇ ਝੂਠੇ ਭਾਂਡੇ ਮਾਂਜਣੇ ਆ, ਤੇ ਆਪਾਂ ਜਾਂਦੇ ਵੀ ਸੀ, ਪਰ ਉਹ ਗੱਲ ਨਹੀਂ ਬਣੀ ਜੋ ਆਪਾਂ ਬਣਾਉਣੀ ਚਾਹੁੰਦੇ ਸੀ। ਕਿ ਸਾਡੇ ਢੀਠ ਹੋਣ ਦੀ ਵਜ੍ਹਾ ਕਿਤੇ ਇਹੋ ਹੀ ਤਾਂ ਨਹੀਂ ਆ ਵੀ ਸਾਨੂੰ ਰੱਬ ਸੌਖਾ ਮਿਲ ਗਿਆ? ਕਿਤੇ ਢੀਠ ਹੋਣ ਦੀ ਵਜ੍ਹਾ ਇਹੋ ਹੀ ਤਾਂ ਨਹੀਂ ਆ ਵੀ ਆਪਾਂ ਭਾਂਡੇ ਵੀ ਨਹੀਂ ਮਾਂਜੇ, ਆਪਾਂ ਜੁੱਤੀਆਂ ਵੀ ਨਹੀਂ ਝਾੜੀਆਂ, ਤੇ ਫਿਰ ਵੀ ਆਪਣੇ ਦੁੱਖ ਦੂਰ ਹੋ ਗਏ, ਆਪਣੇ ਪਾਪ ਮਾਫ ਹੋ ਗਏ? ਕਿ ਜੇ ਵਿਵਸਥਾ ਦੇ ਵਿੱਚ ਇਹ ਠਹਿਰਾਇਆ ਜਾਂਦਾ ਕਿ ਕੋਈ ਮਨੁੱਖ ਸਵਾ ਮਹੀਨਾ ਫਲਾਨਾ ਕੰਮ ਕਰੇ, 2 ਮਹੀਨੇ ਫਲਾਨਾ ਕੰਮ ਕਰੇ, ਤਾਂ ਜਾ ਕੇ ਉਹਦੇ ਪਾਪ ਮਾਫ ਹੋਣਗੇ ਔਰ ਫਿਰ ਜਾ ਕੇ ਉਹਨੂੰ ਸ਼ਿਫਾ ਮਿਲੂਗੀ, ਕੀ ਤੁਸੀਂ ਨਾ ਕਰਦੇ? ਜਦੋਂ ਜਾਦੂਗਰਾਂ ਦੇ ਜਾਂਦੇ ਸੀ, ਸਿਆਣਿਆਂ ਦੇ ਜਾਂਦੇ ਸੀ, ਬਾਬਿਆਂ ਦੇ ਜਾਂਦੇ ਸੀ, ਉਹ ਤੁਹਾਨੂੰ 20 ਪੁੱਠੇ ਕੰਮ ਦੱਸਦੇ ਸੀ ਔਰ ਤੁਸੀਂ 20 ਦੇ 20 ਪੂਰੇ ਕਰਦੇ ਸੀ। ਉਹ ਤੁਹਾਨੂੰ ਕਹਿੰਦੇ ਸੀ ਸੂਤਕ ਵਾਲੇ ਘਰ ਨਹੀਂ ਜਾਣਾ, ਤੁਸੀਂ ਨਹੀਂ ਜਾਂਦੇ ਸੀ। ਉਹ ਕਹਿੰਦੇ ਸੀ ਕਿਸੇ ਸ਼ਾਦੀ ਵਾਲੇ ਘਰ ਨਹੀਂ ਜਾਣਾ, ਤੁਸੀਂ ਨਹੀਂ ਜਾਂਦੇ ਸੀ। ਉਹ ਕਹਿੰਦੇ ਸੀ 40 ਦਿਨ ਤੁਸੀਂ ਆਪਣੇ ਘਰ ਦੇ ਵਿੱਚ ਭੁੱਖੇ ਮਰੋ, ਤੁਸੀਂ ਮਰਨ ਦੇ ਲਈ ਤਿਆਰ ਸੀਗੇ। ਉਹ ਤੁਹਾਨੂੰ ਸੁਆਹਾਂ ਦਿੰਦੇ ਸੀ, ਤੁਸੀਂ ਉਹਨਾਂ ਸੁਆਹਾਂ ਨਾਲ ਨਹਾਉਂਦੇ ਵੀ ਸੀ, ਸਿਰ 'ਚ ਵੀ ਪਾਉਂਦੇ ਸੀ, ਸੁਆਹ ਖਾਂਦੇ ਵੀ ਸੀ, ਸੁਆਹ ਫੱਕਦੇ ਸੀ। ਤੇ ਅੱਜ ਐਤਵਾਰ ਦੇ ਦਿਨ ਤੁਹਾਡੇ ਟੱਬਰ ਦੇ ਵਿੱਚ ਕਿਸੇ ਦਾ ਦੂਰ ਦਰਾਡੇ ਦਾ ਵਿਆਹ ਆ ਜਾਏ ਤੇ ਤੁਸੀਂ ਕਹਿੰਦੇ ਯਿਸੂ ਭੁੱਲ ਗਿਆ, ਅਸੀਂ ਵਿਆਹ ਨੂੰ ਚੱਲੇ ਆ। ਕਿਤੇ ਤੁਹਾਡੇ ਢੀਠ ਹੋਣ ਦੀ ਵਜ੍ਹਾ ਇਹ ਤਾਂ ਨਹੀਂ ਆ ਵੀ ਤੁਹਾਨੂੰ ਯਿਸੂ ਮਸੀਹ ਸੌਖਾ ਲੱਭ ਪਿਆ? ਕੀ ਤੁਹਾਡੇ ਲਈ ਇਹੋ ਹੀ ਚੰਗਾ ਨਹੀਂ ਸੀ ਵੀ ਤੁਸੀਂ ਉੱਥੇ ਹੀ ਫਸੇ ਰਹਿੰਦੇ? ਪਰ ਸ਼ੁਕਰ ਕਰੋ ਉਸ ਪਰਮੇਸ਼ਵਰ ਦਾ ਜਿਨੇ ਤੁਹਾਨੂੰ ਉਹਨਾਂ ਆਲ ਜੰਜਾਲ ਦੇ ਵਿੱਚੋਂ, ਉਸ ਗੰਦੇ ਕੂੜੇ ਕਰਕਟ ਤੇ ਚਿੱਕੜ ਦੀ ਦਲਦਲ ਦੇ ਵਿੱਚੋਂ ਕੱਢਿਆ। ਕੀ ਸਾਨੂੰ ਬਹੁਤੇ ਸ਼ੁਕਰਗੁਜ਼ਾਰ ਨਹੀਂ ਹੋਣਾ ਚਾਹੀਦਾ ਕਿ ਪ੍ਰਭੂ ਤੈਂ ਤਾਂ ਸਾਨੂੰ ਕੁਝ ਵੀ ਇਹੋ ਜਿਹਾ ਕਰਨ ਲਈ ਨਹੀਂ ਕਿਹਾ ਕਿ ਸਾਨੂੰ ਆਪਣਾ ਕੁਝ ਵੇਚਣਾ ਪਏ, ਸਾਨੂੰ ਕੋਈ ਬੱਕਰੇ ਵੱਢਣੇ ਪੈਣ, ਸਾਨੂੰ ਕੋਈ ਮੁਰਗੇ ਚੜਾਉਣੇ ਪੈਣ, ਸਾਨੂੰ ਕੋਈ ਉਪਾਅ ਕਰਾਉਣੇ ਪੈਣ। ਅਸੀਂ ਤਾਂ ਹੱਥ ਅੱਡੇ ਤੇ ਤੂੰ ਸਾਡੀਆਂ ਬੇਨਤੀਆਂ ਨੂੰ ਸੁਣ ਲਿਆ, ਅਸੀਂ ਤੇਰਾ ਇਹ ਕਰਮ ਕਦੇ ਨਹੀਂ ਭੁੱਲਾਂਗੇ। ਕੀ ਸਾਡੀਆਂ ਦੁਆਵਾਂ ਇਦਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ? ਕੀ ਸਾਨੂੰ ਸਮੇਂ ਸਿਰ ਪਹੁੰਚ ਕੇ ਪਿੱਛੋਂ ਆਉਣ ਵਾਲਿਆਂ ਦੇ ਲਈ ਆਣ ਕੇ ਸੇਵਾ ਨਹੀਂ ਕਰਨੀ ਚਾਹੀਦੀ ਸੀ? ਅੱਜ ਉਹ ਝੂਠੇ ਭਾਂਡੇ ਮਾਂਜਣੇ ਤੁਹਾਨੂੰ ਭੁੱਲ ਗਏ ਤੇ ਤੁਸੀਂ ਇੰਨੇ ਢੀਠ ਹੋ ਗਏ ਕਿ ਆਪਣੀ ਥਾਲੀ ਵਿੱਚ ਚਲਾ ਕੇ ਮਾਰਦੇ ਆ ਔਰ ਕਹਿੰਦੇ ਮੇਰੀ ਗੱਡੀ ਲੰਘ ਜਾਣੀ ਆ। ਉਹ ਤੁਸੀਂ ਨੰਗੇ ਪੈਰੀ ਜਾਂਦੇ ਸੀ ਔਰ ਭਾਂਡੇ ਮਾਂਜ ਕੇ ਆਉਂਦੇ ਸੀ। ਅੱਜ ਪਰਮੇਸ਼ਵਰ ਨੇ ਤੁਹਾਨੂੰ ਗੱਡੀਆਂ ਦਿੱਤੀਆਂ ਤੇ ਆਪਣੇ ਝੂਠੇ ਗਲਾਸ ਵੀ ਮਾਂਜਣ ਦੀ ਤੁਹਾਡੀ ਹਿੰਮਤ ਮੁੱਕ ਗਈ। ਕੀ ਤੁਸੀਂ ਚਾਹੁੰਦੇ ਤੁਹਾਡੇ ਫਿਰ ਤੋਂ ਉਹੀ ਹਾਲਾਤ ਹੋ ਜਾਣ? ਕਿੱਥੇ ਗਈ ਤੁਹਾਡੀ ਸੇਵਾ ਭਾਵਨਾ? ਮਤ ਭਰਮ ਕਰੋ ਕਿ ਪਰਮੇਸ਼ਵਰ ਤੁਹਾਡੇ ਤੋਂ ਅਣਜਾਣ ਹੋ ਗਿਆ ਆ। ਉਹਦੇ ਕ੍ਰੋਧ ਨੂੰ ਨਾ ਭਟਕਾਓ, ਸੁਧਰ ਜਾਓ, ਕਿਉਂਕਿ ਬਹੁਤ ਭਿਆਨਕ ਸਮੇਂ ਆਉਣ ਵਾਲੇ ਆ। ਚਰਚ ਵਿੱਚ ਬੈਠਣ ਦੇ ਨਾਲ ਤੁਸੀਂ ਸਵਰਗ ਨੂੰ ਨਹੀਂ ਚਲੇ ਜਾਣਾ। ਚਰਚ ਵਿੱਚ ਜੋ ਸਿੱਖਿਆ ਦਿੱਤੀ ਜਾਂਦੀ ਉਹਨੂੰ ਫੋਲੋ ਕਰੋਗੇ ਤਾਂ ਸਵਰਗ ਨੂੰ ਜਾਓਗੇ, ਤਾਂ ਸੁੱਖ ਦੇ ਦਿਨ ਆਉਣਗੇ। ਸੇਵਾ ਕਰਨੀ ਸਿੱਖੋ। ਯਿਸੂ ਮਸੀਹ ਜੀ ਨੂੰ ਤਾਂ ਸ਼ਰਮ ਨਹੀਂ ਆਈ ਸੇਵਾ ਕਰਨ ਦੇ ਲੱਗਿਆ, ਹਾਲਾਂਕਿ ਉਹ ਖੁਦ ਪਰਮੇਸ਼ਵਰ ਔਰ ਖੁਦ ਪਰਮੇਸ਼ਵਰ ਦਾ ਪੁੱਤਰ ਬਣੇ। ਉਹਨੇ ਕੋਈ ਸੰਗ ਨਹੀਂ ਕੀਤੀ। ਤੇ ਸਾਨੂੰ ਸੰਗ ਆਉਂਦੀ ਆ ਵੀ ਮੈਂ ਆਪਣੇ ਨਾਲ ਦੇ ਦਾ ਗਲਾਸ ਚੱਕ ਕੇ ਮਾਂਜਾਂ, ਮੈਂ ਕੁਰਸੀਆਂ ਰੱਖਾਂ,
ਉਹ ਮੈਂ DSP, मैं DIG, मैं टीचर, मैं ਲੈਕਚਰਰ, मैं ਐਡਵੋਕੇਟ, ਤੇ ਮੈਂ ਕੁਛ ਵੀ ਨਹੀਂ, ਮੈਂ ਤਾਂ ਵੀ ਨਹੀਂ ਕੁਰਸੀ ਚੱਕਣੀ। ਅਗਰ ਪਰਮੇਸ਼ਵਰ ਮਨੁੱਖਾਂ ਦੇ ਪੈਰ ਧੋ ਸਕਦਾ ਤੇ ਉਹਨੇ ਕਿਉਂ ਧੋਤੇ? ਸਾਨੂੰ ਅਕਲ ਦੇਣ ਦੇ ਲਈ ਵੀ ਏਦਾਂ ਕਰਿਆ ਕਰਿਓ। ਪਰ ਦੁਸ਼ਟ ਨੇ ਇਹੋ ਜਿਹਾ ਜਕੜਿਆ ਕਿ ਅਸੀਂ ਸੁਣਿਆ, ਬਾਰ-ਬਾਰ ਸੁਣਿਆ, ਪਰ ਅਸਰ ਕੋਈ ਨਹੀਂ ਕੀਤਾ। ਤੇ ਫਿਰ ਦੁਸ਼ਟ ਦੇ ਜਕੜੇ ਨਹੀਂ ਤਾਂ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਤੁਸੀਂ ਆਜ਼ਾਦ ਹੋ ਚੁੱਕੇ ਆ। ਜੇ ਤੁਸੀਂ ਆਜ਼ਾਦ ਹੁੰਦੇ ਤਾਂ ਮੀਟਿੰਗ ਸ਼ੁਰੂ ਹੋਣ ਤੋਂ ਪੌਣਾ ਘੰਟਾ ਪਹਿਲਾਂ ਇੱਥੇ ਤੁਸੀਂ ਆਣ ਕੇ ਬੈਠੇ ਹੁੰਦੇ ਔਰ ਇੰਤਜ਼ਾਰ ਕਰਦੇ ਕਿ ਕਦੋਂ ਸਾਡੇ ਪਰਮੇਸ਼ਵਰ ਦੀ ਸਿਤਾਇਸ਼ ਸ਼ੁਰੂ ਹੋਵੇ, ਕਦੋਂ ਅਸੀਂ ਮਿਲ ਕੇ ਉਹਦੀ ਉਪਾਸਨਾ ਕਰੀਏ, ਕਦੋਂ ਅਸੀਂ ਇਕੱਠੇ ਹੋ ਕੇ ਉਹਦੀ ਜੈ ਜੈਕਾਰ ਕਰੀਏ, ਕਦੋਂ ਅਸੀਂ ਉਹਦੇ ਨਾਰੇ ਲਾਈਏ। ਸੁੱਤ ਗੜਾਉਂਦੇ ਤੁਸੀਂ ਤੁਰੇ ਆਉਨੇ ਆ। ਕਈ ਤਾਂ ਤੱਕ ਕੇ ਇਹ ਆਉਂਦੇ ਆ ਵੀ ਅਖੀਰਲੀ ਪ੍ਰਾਰਥਨਾ 'ਚ ਚੱਲ ਜਾਾਂਗੇ, ਜਦੋਂ ਬਰਕਤ ਮਿਲਣੀ। ਵਚਨ ਸੁਣ ਕੇ ਕੀ ਕਰਨਾ? ਅਸਰ ਤੇ ਪ੍ਰਾਰਥਨਾ ਨੇ ਕਰਨਾ। ਬਹੁਤ ਗਲਤ ਫਹਿਮੀ 'ਚ ਆ ਤੁਸੀਂ। ਅਸਰ ਪ੍ਰਾਰਥਨਾ ਨੇ ਨਹੀਂ, ਅਸਰ ਪਰਮੇਸ਼ਵਰ ਦੇ ਵਚਨ ਨੇ ਕਰਨਾ ਆ। ਕਿਉਂਕਿ ਜਦੋਂ ਤੱਕ ਤੁਹਾਡੇ ਅੰਦਰ ਵਚਨ ਨਾ ਚਲੇ ਗਿਆ, ਪ੍ਰਾਰਥਨਾਵਾਂ ਕਬੂਲ ਨਹੀਂ ਹੋਣੀਆਂ। ਇਹ ਪ੍ਰਾਰਥਨਾਵਾਂ ਸਾਰਿਆਂ ਲਈ ਨਹੀਂ ਆ, ਚੇਤੇ ਰੱਖਿਓ। ਸਿਰਫ ਉਹਨਾਂ ਦੇ ਲਈ ਆ ਜਿਹੜੇ ਵਚਨ ਨੂੰ ਸੁਣਦੇ ਤੇ ਵਚਨ ਦੇ ਅਨੁਸਾਰ ਚੱਲਦੇ ਆ। ਜਿਹੜੇ ਮੇਲਾ ਵੇਖਣ ਆਉਂਦੇ ਉਹਨਾਂ ਲਈ ਕੋਈ ਪ੍ਰਾਰਥਨਾ ਨਹੀਂ ਆ। ਉਹਨਾਂ ਲਈ ਇਹ ਅਨਾਉਂਸਮੈਂਟਾਂ ਦੇ ਵਾਂਗ ਹੀ ਆ। ਉਹਨਾਂ ਦੇ ਲਈ ਇਹ ਇੱਕ ਮਿਊਜ਼ਿਕ ਹੀ ਆ ਜਿਹੜਾ ਵਿਦਆਊਟ ਬੀਟਸ ਆ, ਜਿਹਦੇ ਨਾਲ ਕੋਈ ਸਾਜ਼ ਨਹੀਂ ਵੱਜ ਰਹੇ। ਪਰ ਪ੍ਰਾਰਥਨਾ ਸਿਰਫ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਵਾਕਿਆ ਹੀ ਆਪਣਾ ਮਨ ਪਰਮੇਸ਼ਵਰ ਨੂੰ ਸਮਰਪਿਤ ਕਰ ਦਿੱਤਾ, ਜਿਨ੍ਹਾਂ ਨੇ ਵਾਕਿਆ ਹੀ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਅੰਦਰ ਲੈ ਲਿਆ ਔਰ ਪਰਮੇਸ਼ਵਰ ਦੇ ਲਈ ਆਪਣੇ ਆਪ ਨੂੰ ਜਿਹੜਾ ਆ ਉਹ ਤਿਆਰ ਕਰ ਲਿਆ। ਹਾਲੇਲੂਇਆ। ਨੈਕਸਟ ਦੇਖਦੇ ਹਾਂ ਅਸੀਂ ਵਚਨ ਦੇ ਵਿੱਚੋਂ ਮਤੀ ਦੀ ਪੁਸਤਕ, ਉਸ ਦਾ 23 ਨੰਬਰ ਅਧਿਆਇ ਔਰ ਉਸ ਦੀ 12 ਨੰਬਰ ਪੰਕਤੀ। ਬੁੱਕ ਆਫ ਮੈਥਿਊ ਚੈਪਟਰ ਨੰਬਰ 23 ਐਂਡ ਵਰਸ ਨੰਬਰ 12। ਇੱਥੇ ਲਿਖਿਆ, ਅਤੇ ਜੇ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ, ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਸੋ ਉੱਚਾ ਕੀਤਾ ਜਾਵੇਗਾ। ਇੱਥੇ ਆਣ ਕੇ ਭੁੱਲ ਜਿਆ ਕਰੋ ਵੀ ਕਿੰਨੀ ਪੈਲੀ ਦਾ ਮਾਲਕ ਆ ਮੈਂ, ਕਿੰਨੇ ਖੱਤੇ ਮੇਰੇ ਹਿੱਸੇ ਆਉਂਦੇ ਆ। ਭੁੱਲ ਜਿਆ ਕਰੋ ਮੇਰੇ ਘਰ ਵਿੱਚ ਕਿੰਨੇ ਨੌਕਰ ਕੰਮ ਕਰਦੇ ਆ। ਭੁੱਲ ਜਿਆ ਕਰੋ ਮੇਰੀ ਕੰਪਨੀ 'ਚ ਕਿੰਨੇ ਇੰਪਲੋਏ ਕੰਮ ਕਰਦੇ ਆ। ਭੁੱਲ ਜਿਆ ਕਰੋ ਮੇਰੀ ਬੈਂਕ ਦੇ ਵਿੱਚ ਕਿੰਨੇ ਪੈਸੇ ਆ। ਭੁੱਲ ਜਿਆ ਕਰੋ ਵੀ ਮੈਂ ਕੁਛ ਹਾਂ। ਕਹਿੰਦਾ ਜੇ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ। ਅਗਰ ਤੁਹਾਨੂੰ ਇਹ ਲੱਗਦਾ ਨਾ ਕਿ ਮੇਰੇ ਤਾਂ 20 ਖੇਤਾਂ ਦਾ ਮਾਲਕ ਆ ਤੇ ਮੈਂ ਇੱਥੇ ਕੁਰਸੀ ਤੇ ਬੈਠਾ ਤੇ ਕੋਈ ਆਣ ਕੇ ਮੈਨੂੰ ਪਾਣੀ ਦਾ ਗਲਾਸ ਦੇਵੇ, ਪਰਮੇਸ਼ਵਰ ਦੀ ਨਜ਼ਰ 'ਚ ਤੁਸੀਂ ਸਭ ਤੋਂ ਘਿਨਾਉਣੇ ਆ। ਕਿਉਂਕਿ ਜਦੋਂ ਪਰਮੇਸ਼ਵਰ ਕਿਸੇ ਨੂੰ ਉੱਚਾ ਕਰਦੇ ਤੇ ਉਹਦੀ ਜਾਇਦਾਦ ਤੇ ਉਹਦੀ ਫਾਈਨਾਂਸ ਦੇਖ ਕੇ ਨਹੀਂ ਕਰਦੇ, ਉਹ ਉਹਦੇ ਜਜ਼ਬਾਤ ਦੇਖ ਕੇ ਕਰਦੇ ਆ, ਉਹਦੇ ਅੰਦਰਲਾ ਜਜ਼ਬਾ ਦੇਖ ਕੇ ਕਰਦੇ ਆ। ਔਰ ਜੇ ਕੋਈ ਉੱਚਾ ਹੋਣਾ ਚਾਹੁੰਦਾ ਆ ਉਹ ਆਪਣੇ ਆਪ ਨੂੰ ਨੀਵਾਂ ਕਰੇ। ਤੁਸੀਂ ਪ੍ਰਾਰਥਨਾ ਯੋਧਿਆਂ ਦੀ ਕਦਰ ਬਹੁਤ ਕਰਦੇ ਆ ਕਿਉਂਕਿ ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਆ ਔਰ ਉਹ ਇੱਜ਼ਤ ਦੇ ਯੋਗ ਆ ਕਿਉਂਕਿ ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਆ। ਪਰ ਮਤ ਭਰਮ ਕਰੋ ਕਿ ਤੁਹਾਡੇ ਲਈ ਬਾਥਰੂਮ ਸਾਫ਼ ਵੀ ਕੋਈ ਕਰਦਾ ਆ। ਉਹਨਾਂ ਦੀ ਕਦਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਆ। ਤੁਹਾਨੂੰ ਕੋਈ ਚਾਹ ਸਰਵ ਕਰਦਾ, ਉਹਨਾਂ ਦਾ ਆਨਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਆ। ਉਹ ਤੁਹਾਨੂੰ ਸਰਵ ਕਰ ਰਹੇ ਆ, ਉਹਨਾਂ ਨੇ ਡੈਡੀਕੇਟ ਕੀਤਾ ਆ ਤੁਹਾਡੇ ਲਈ ਆਪਣੇ ਆਪ ਨੂੰ, ਉਹਨਾਂ ਦਾ ਵੀ ਸਮਰਪਣ ਆ। ਤੁਸੀਂ ਵੱਡੇ ਹੋਵੋਗੇ, ਆਪਣੇ ਘਰਾਂ ਵਿੱਚ ਹੋਵੋਗੇ, ਅਕਲ ਵਾਲੇ ਹੋਵੋਗੇ, ਉਹ ਵੀ ਤੁਸੀਂ ਆਪਣੇ ਘਰਾਂ ਵਿੱਚ ਹੋਵੋਗੇ ਕਿਉਂਕਿ ਪਰਮੇਸ਼ਵਰ ਦੇ ਸਾਹਮਣੇ ਤੁਹਾਡੀ ਅਕਲ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਬੁੱਧ ਦੇ ਖਜ਼ਾਨੇ ਉਹਦੇ ਕੋਲ ਆ। ਉਹ ਨਾ ਚਾਹੇ ਤਾਂ ਬਿਨਾਂ ਦਿਮਾਗ ਦੇ ਹੀ ਪੈਦਾ ਕਰ ਦਿੰਦਾ ਆ। ਕਿੰਨੇ ਮੰਦਬੁੱਧੀ ਜੀਵ ਜੰਮਦੇ ਆ। ਇਸ ਲਈ ਪੜ੍ਹਾਈਆਂ ਕਰਨ ਦੇ ਨਾਲ ਅਕਲ ਨਹੀਂ ਆਉਂਦੀ, ਜਿਹਨੂੰ ਪਰਮੇਸ਼ਵਰ ਦੇਵੇ ਅਕਲ ਉਹਨਾਂ ਨੂੰ ਆਉਂਦੀ ਆ। ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ, ਜੇ ਕਿਸੇ ਨੂੰ ਬੁੱਧ ਦਾ ਘਾਟਾ ਮੇਰੇ ਕੋਲੋਂ ਮੰਗੇ ਤੇ ਮੈਂ ਬਿਨਾਂ ਉਲਾਮੇ ਦੇ ਦਿਨਾ ਆ। ਜੇ ਤੁਸੀਂ ਵਾਸ਼ਰੂਮ ਜਾਂਦੇ ਆ
जे उत्थे लीटर पानी का डोल भी दोगे की फर्क पैना? पर तुहानू लगदा उत्थे 4 भैणां खलोतियां 4 भरा खलोते आ, इन्हां दी जॉब है असीं काहते पानी डोलीए? ना डोलो, कोई चक्कर नहीं। पर एक गल दा चेता रखियो, कोई है न्याय करने वाला, जिहड़ा सच्चा न्यायकार वो किसी दे न्याय दे विच भिन्न भेद नहीं करदा। मैं हैरान हो जानी हाँ, इन्ना अच्छा प्रचार सुनने के बावजूद, इन्ना अच्छा वचन तुहाडे घरां विच होण दे बावजूद, तुहाडे हत्थां विच होण दे बावजूद, तुसीं पवित्र शास्त्र नूं पढ़दे आ, पवित्र बाइबल नूं पढ़दे आ, फिर भी क्यों सुधार नहीं हुंदा? कोई भ्रिष्ट शक्ति है जिहड़ी तुहाडा सुधार नहीं होण दिंदी। इत्थे लड्डू वंडे जांदे होण, तुसीं ऐदां करदे जिद्दां जिंदगी च पहली वारी लड्डू देखे होण। धक्के मारदे एक लड्डू दे पिछे, तुसीं सेवादार नूं गालां कढ दिंदे एक लड्डू दे पिछे। शर्म नहीं आउंदी तुहानूं भी एक लड्डू दे पिछे तुसीं सेवादारां दे नाल गलत बिहेव कर रहे हैं? एक खाण वाली छोटी चीज जिहदे पाइया भी वेट नहीं है, शायद 100 ग्राम भी ना होवे, ਉਹਦੇ ਪਿੱਛੇ ਤੁਸੀਂ ਬਜ਼ੁਰਗਾਂ ਨੂੰ ਧੱਕੇ ਮਾਰ ਦਿੰਨੇ, ਨਿਆਣਿਆਂ ਨੂੰ ਸੁੱਟ ਦਿੰਨੇ ਹੋ ਤੁਸੀਂ। ਅੱਜ ਤਾਂ ਇੱਕ ਲੱਡੂ ਖਾ ਜਾਓਗੇ ਤੇ ਬਾਕੀ 6 ਦਿਨ ਕੀ ਖਾਣਾ? ਜੇ ਤਾਂ ਇੱਕ ਲੱਡੂ ਨਾਲ ਤੁਹਾਡੀ ਭੁੱਖ ਮਿਟਦੀ ਆ, ਆਪਾਂ ਹਰ ਵਾਰੀ ਲੱਡੂਆਂ ਦਾ ਇੰਤਜ਼ਾਮ ਕਰਿਆ ਕਰਨਾ। ਸੰਤੁਸ਼ਟੀ ਤਾਂ ਆਉਂਦੀ ਨਹੀਂ ਤੁਹਾਨੂੰ। साडा परमेश्वर जींदा परमेश्वर है, वो मिट्टी हेठा दबिया होया नहीं है भी उन्हें कुछ नजर नहीं आता। अपने अंदर मरी हुई सेवा भावना नू जिंदा करो, अपने अंदर मरी हुई इंसानियत नू जिंदा करो। प्रार्थना करनी शुरू करो कि प्रभु जी हरेक को वैरी दी शक्ति जिन्हें साडी बुद्ध उत्ते कब्जा किया सानू ओहदे तो आजाद कर दिओ। प्रभु जी हरेक वो वैरी दी शक्ति जिहड़ी सानू सेवा करन तो रोकदी आ सानू ओहदे तो आजाद कर दिओ। प्रभु हरेक वो दुष्ट दी शक्ति जिहड़े साडे अंदर खाण नूं ही मंगी जांदी आ भी गुआंढी दा भी मैनू मिल जाए, विधवा दा भी मैनू मिल जाए, अनाथ दा भी मैनू मिल जाए, ओ मेरी भुख नूं प्रभु जी शांत कर दो। तुसीं तां संतुष्टि देण वाले परमेश्वर आ, मेरे मन नूं संतुष्टि आ जाए। एक भी गल झूठी है तो हजारां दी भीड़ दे विचों खड़े होके दसो। एक भी गल किसी नूं झूठी लगी आ कि हाँ जी ये गलत बोलिया गया, खड़े होके दसो। क्यों तुसी खड़े नहीं होए? क्योंकि तुसी जानते हैं जो बोलिया जा रहा वो अटल सच्चाई है, वो हकीकत है, और तुहानू ओहदे विच अपनी तस्वीर नजर आ रही है। अज भी इत्थे लंगर लगेगा, एक अच्छी चीज है, और मैं देखांगी कि वचन किन्ने घंटे लिए थोड़ी जिंदगी च काम करता है। जबकि मेरी दुआ आ कि अज दा वचन थोड़ी लाइफ च रहिंदे साहां तीकर काम करे यीशु मसीह दे नाम दे विच। असीं चाहुंदे आ असीं इहो जे लोक होइए, एक दूजे दे प्रति साडे मन विच इज्जत होए, असीं एक दूजे नूं देख के झुकीए, उन्हां नूं विश करिए, उन्हां दा हाल चाल पुछिए। तुहाडे लागे कोई डिग्गा पिया ते तुसीं हूं करके लंघ जाने ते कहने असीं यीशु मसीह दे चेले आ। इस ए काम करन दे नाल तुसीं यीशु मसीह नूं महिमा दिंदे आ। कोई तुहाडे लागे हाय हाय करन दिया, कोई पानी मंगन दिया, तुहानू अपनी बस फड़न दी पई आ, गड्डी फड़न दी पई, तुसीं यीशु मसीह दे चेले आ। मैं नहीं जानती कि इत्थे होरां कलीसियां दे लोग भी बैठे हो सकते आ, पर मैं ये जानती हाँ कि खोजेवाल चर्च दे विच पवित्र शास्त्र दे कानून चलदे आ, और जिहड़ा उन्हां कानूनां दे विच नहीं रहेगा वो इस कलीसिया दा मैंबर नहीं आ। और मेरी थोड़े सारे अगे हाथ जोड़ के एक गुजारिश है, अपने आप नू एक एग्जाम्पल सैट करो परमेश्वर दे अगे और दूजियां दे लई।
एक नमूना कायम करो कि हाँ जी भावें हज़ारां दी भीड़ आ फिर भी बहुत सबर आ, असी एक दूजे की मदद के लिए हमेशा तैयार हाँ, असी परमेश्वर के वचनों के अनुसार चलण के लिए तैयार हाँ। और एक नमूना कायम करो कि एक कलीसिया दुष्ट तो आज़ादी पाई हुई कलीसिया आ। और मैं चाहती हाँ कि जो नैक्सट टाइम होली स्पिरिट मेरे नाल गल करे और वो कह के 98% लोग दुष्ट आत्मा तो मुक्त हो चुके हैं यीशु मसीह के नाम दे विच। एक लास्ट वर्स असी देखांगे दैन फिर असी क्लोज करूंगे। बुक ऑफ जॉन चैप्टर नंबर 12 वर्स नंबर 26। यूहन्ना दी किताब ओदा 12 नंबर अध्याय ते ओदी 26 नंबर पंक्ति च इदां लिखिया, जे कोई मेरी सेवा करे तां मेरे पिछे हो तुरे, और जिथे मैं हाँ मेरा सेवक उथे होवेगा। जे कोई मेरी सेवा करे तां पिता ओदा आदर करेगा। हालेलुया। हुण वचन की दसदा है, जे कोई मेरी सेवा करे कहदी प्रभु यीशु दी परमेश्वर दी, तां कहंदा मेरे पिछे हो तुरे। जे ओदी सेवा करनी आ ओदे पिछे तुरना पैना है, ओदे वचन दे पिछे, क्योंकि यीशु मसीह शब्द आ। यीशु शब्द दे विच क्यों जदों असीं कहंदे यीशु दे नाम च भूत निकल जाणो निकल जांदे, क्यों? क्योंकि वह शब्द यार वचन च लिखा शब्द देहधारी होया। यीशु शब्द दे विच सामर्थ्य, यीशु नाम दे विच सामर्थ्य। और कहंदा जे कोई मेरी सेवा करे तो मेरे पिछे हो तुरे। भाव शब्द दे पिछे, ते शब्द किथे दर्ज आ? पवित्र वचन दे विच। और जो कुछ पवित्र वचन च लिखिया कहंदा जे तुसी सेवा करनी चाहुंदे ओदे अनुसार चलो। कहंदा जदों तुसी ऐदां करोगे जिथे मैं हाँ मेरा सेवक भी उत्थे ही होवेगा। ते यीशु मसीह किथे आ? स्वर्ग दे विच, ते पिता दे सज्जे हथ। और कहंदा जे तुसी वचन दे पिछे तुरोगे, वचन के अनुसार चलोगे, मेरी सेवा करोगे, तो जिथे मैं आ तुसी भी उत्थे होवोगे। फिर की कहंदा जे कोई मेरी सेवा करे, भाव जे कोई शब्द की सेवा करे। शब्द की सेवा किद्दां करनी? जे कोई शब्द दे आखे लगे तो पिता ओदा आदर करेगा। कौन आदर करेगा? पिता, जिहड़ा आप सारी आदर ते महिमा दे योग्य है। सिर्फ वही योग्य आ इज्जत दे ते महिमा दे। कहंदा जे तुसी शब्द दे अनुसार चलो पिता तुहाडा आदर करेगा। तुहानू पता सी परमेश्वर की सेवा किद्दां कर सकते हैं, शब्द की सेवा किद्दां कर सकते हैं? तुसी वचन नू घरे जाके पढ़ सकते हैं, पर मैं तुहानू छोटा जिहा रैफरेंस दे देनी। मत्ती 25 ओदी 31 तो 41 नंबर आयत तक घरे जाके पढ़ियो। उत्थे पता की लिखिया? कहंदा मैं भुखा सी तुसी मैनू खवाया नहीं, मैं प्यासा सी तुसी मैनू पियाया नहीं, मैं नंगा सी तुसी मैनू पहनाया नहीं। कहदे बारे में जिक्र करदा है? लोड़वंदां दे बारे च जिक्र करदा है। जे तुसी परमेश्वर की सेवा करनी है, क्योंकि उन्हें क्या जे कोई मेरी सेवा करे। और वचन दे विच की लिखिया है? तुसी लोड़वंदां दी मदद करो, भुखे नू खवाओ। इत्थों तक कहंदा जे तेथों वैरी भी पानी मंगे तो कहंदा ना ना करी, तू उहनूं पानी दा गिलास दिना आ, ओहदे सिर ते अंगियारियां दा ढेर लाउणा आ। और जे असी प्रभु यीशु की सेवा करनी है, जे असी अकाल पुरख परमेश्वर जी की सेवा करनी, सानू लोड़वंदां दी मदद करनी पऊगी, सानू सेवा करनी पऊगी, तां जाके असी परमेश्वर नू खुश कर सकते हैं, तां असी स्वर्ग विच जा सकते हैं। भांडे सट सट के असी स्वर्ग नू नहीं चल जाना, कुर्सियां भन भन के स्वर्ग नू नहीं चले जाना, वन सवन्ने मूँह बना के स्वर्ग नू नहीं जा होना, कलियां हथ चक के चीका मारन दे नाल स्वर्ग नू नहीं जा होना। कहंदा नहाओ, अपने आप नू पाक करो, यतीमां दा ते विधवा दा न्याय करो। और मैं दुआ करदी हां अज दा वचन तुहाडी जिंदगी दे विच 1000 गुना फलवंत होए। सो परमेश्वर दे इस वचन तो आप सब जी नू बरकत मिले। आमीन आमीन। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ
ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 01822 516 777।